ਹਰਮੀਤ ਨੇ ਲਿਖਿਆ ਹੈ। ਸਤਿ ਸ੍ਰੀ ਅਕਾਲ ਬਾਬਾ ਜੀ। ਬਾਬਾ ਜੀ, ਇੱਕ ਦੁਬਿਧਾ ਹੈ ਜੀ, ਕਿਰਪਾ ਕਰਕੇ ਇਹਨਾਂ ਗੱਲਾਂ ਨੂੰ ਸਮਝਾਉਣਾ ਕਰੋ ਜੀ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹੀ। ਕਿਰਪਾ ਕਰੋ ਜੀ ਤੇ ਸਮਝਾਉਣਾ ਕਰੋ ਜੀ। ਇਹ ਪੰਗਤੀਆਂ ਕਿਸੇ ਕਵੀ ਦੀ ਲਿਖੀ ਹੋਈ ਕਵਿਤਾ ਵਿੱਚੋਂ ਹਨ। ਸਿੱਖ ਜ਼ਿਆਦਾਤਰ ਪ੍ਰਚਾਰਕ ਧਾਰਮਿਕ ਲੋਕਾਂ ਨੂੰ ਦੱਸਦੇ ਹਨ ਵੀ ਐਸਾ ਗੁਰੂ ਨੇ ਕਿਹਾ ਹੈ। ਉਹ ਇਉਂ ਹੀ ਕਹਿੰਦੇ ਹਨ ਵੀ ਗੁਰੂ ਕਹਿ ਰਿਹਾ ਹੈ, ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹੀ। ਵੀ ਜਿਹੜੀ ਰਹਿਤ ਹੈ ਬਾਹਰੋਂ, ਧਾਰਮਿਕ ਪਹਿਰਾਵਾ, ਧਾਰਮਿਕ ਰਹਿਤ, ਉਹਦੇ ਵਿੱਚ ਜਿਹੜਾ ਰਹਿੰਦਾ ਹੈ ਉਹ ਮੈਨੂੰ ਸਿੱਖ ਪਿਆਰਾ ਹੈ। ਰਹਿਣੀ ਰਹੇ ਸੋਈ ਸਿੱਖ ਮੇਰਾ। ਦੱਸੋ ਵੀ ਜਿਹੜਾ ਬਾਹਰੋਂ ਰਹਿਣੀ ਰਹਿੰਦਾ ਹੈ, ਭਾਵ ਕਿ ਰਹਿਤ ਦੇ ਵਿੱਚ ਰਹਿੰਦਾ ਹੈ, ਮਰਿਆਦਾ ਦੇ ਵਿੱਚ ਰਹਿੰਦਾ, ਉਹ ਸਿੱਖ ਮੇਰਾ ਹੈ। ਹੇਠਲੀ ਪੰਕਤੀ ਵਿੱਚ ਹੋਰ ਵੀ ਬੇਸਮਝੀ ਪ੍ਰਗਟ ਹੁੰਦੀ। ਉਹਦੇ ਵਿੱਚ ਇਹ ਕਹਿ ਰਿਹਾ ਹੈ ਵੀ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹੀ। ਗੁਰੂ ਕਹਿੰਦਾ ਹੈ ਵੀ ਜਿਹੜਾ ਰਹਿਤ ਬਹਿਤ ਰੱਖਦਾ ਹੈ, ਬਾਹਰੋਂ ਮਰਿਆਦਾ 'ਚ ਰਹਿੰਦਾ, ਨਿਯਮ 'ਚ ਰਹਿੰਦਾ, ਉਹ ਨਿਯਮ ਮੈਨੂੰ ਪਿਆਰੇ ਹੈ, ਸਿੱਖ ਪਿਆਰਾ ਨਹੀਂ। ਇਹ ਤਾਂ ਗੱਲ ਹੀ ਉਲਟੀ ਹੋ ਗਈ ਨਾ। ਦੇਖੋ, ਧਾਰਮਿਕ ਜਗਤ ਦੇ ਵਿੱਚ ਮੈਂ ਅਕਸਰ ਕਹਿੰਦਾ ਹਾਂ ਵੀ ਗੁਰੂ ਨਾਲੋਂ ਉਲਟੀ ਗੱਲ ਹੁੰਦੀ ਹੈ, ਕਰਦੇ ਹਨ ਲੋਕ। ਹੁਣ ਗੁਰੂ ਐਸਾ ਥੋੜ੍ਹੀ ਕਹਿੰਦਾ ਹੈ ਵੀ ਜਿਹੜਾ ਬਾਹਰੋਂ ਰਹਿਤ ਬਹਿਤ ਦੇ ਵਿੱਚ ਹੋ ਗਿਆ ਉਹ ਮੇਰਾ ਸਿੱਖ ਹੈ। ਨਹੀਂ, ਗੁਰੂ ਤਾਂ ਗੱਲ ਉਲਟੀ ਕਹਿ ਰਿਹਾ ਹੈ। ਉਹ ਕਹਿੰਦਾ ਹੈ, ਸਾਚ ਕਹਉ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵੀ ਮੈਂ ਸੱਚ ਕਹਿਣਾ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਸਾਡੇ ਨਾਲ, ਉਹਨਾਂ ਨੇ ਹੀ ਪਰਮਾਤਮਾ ਨੂੰ ਪਾ ਲਿਆ ਹੈ ਜਾਂ ਗੁਰੂ ਨੂੰ ਪਾ ਲਿਆ, ਇੱਕੋ ਹੀ ਗੱਲ। ਗੁਰੂ ਤਾਂ ਹਮੇਸ਼ਾ ਹੀ ਪ੍ਰੇਮ ਦੀ ਅਤੇ ਸ਼ਰਧਾ ਦੀ ਗੱਲ ਕਰਦਾ ਹੈ। ਉਹ ਅੰਦਰ ਦੀ ਗੱਲ ਕਰਦਾ ਹੈ ਵੀ ਅੰਦਰੋਂ ਜਿਨ੍ਹਾਂ ਨੂੰ ਪ੍ਰੇਮ ਹੈ। ਪਰ ਜਿਹੜੇ ਬਾਹਰ ਧਾਰਮਿਕ, ਬਾਹਰ ਜੁੜੇ ਹੋਏ ਹਨ ਗੁਰੂ ਨਾਲ, ਉਹ ਬਾਹਰੋਂ ਦੇਖ ਕੇ ਅਤੇ ਬਾਹਰੋਂ ਹੀ ਗੁਰੂ ਦਾ ਹਿਸਾਬ ਕਿਤਾਬ ਲਾਉਂਦੇ ਹਨ। ਉਹ ਸੋਚਦੇ ਹਨ ਵੀ ਗੁਰੂ ਬਾਹਰੋਂ ਕਹਿ ਰਿਹਾ ਹੈ ਵੀ ਇੱਦਾਂ ਦੇ ਬਣ ਜਾਓ, ਜਿਸ ਤਰ੍ਹਾਂ ਦਾ ਮੈਂ ਪਹਿਰਾਵਾ ਪਾਇਆ ਵੀ ਇੱਦਾਂ ਦਾ ਪਹਿਰਾਵਾ ਪਾ ਲਓ, ਇੱਦਾਂ ਦੇ ਨਿਯਮ ਮਰਿਆਦਾ ਰੱਖ ਲਓ ਜੋ ਥਾਪੀਆਂ ਹੋਈਆਂ, ਅਤੇ ਤੁਸੀਂ ਮੇਰੇ ਸਿੱਖ ਹੋਗੇ। ਨਹੀਂ, ਐਸਾ ਥੋੜ੍ਹੀ ਕਹਿੰਦਾ ਹੈ ਗੁਰੂ ਕੋਈ। ਗੁਰੂ ਤਾਂ ਹਮੇਸ਼ਾ ਹੀ ਅੰਦਰ ਦੀ ਗੱਲ ਕਰਦਾ, ਪਰ ਲੋਕ ਪਕੜਦੇ ਹਨ ਬਾਹਰ ਦੀ ਗੱਲ। ਇੱਥੋਂ ਹੀ ਭੁੱਲ ਹੋ ਜਾਂਦੀ ਹੈ ਅਕਸਰ। ਜਦੋਂ ਗੁਰੂ ਮੌਜੂਦ ਹੁੰਦਾ ਹੈ ਉਦੋਂ ਵੀ ਜ਼ਿਆਦਾਤਰ ਲੋਕ ਬਾਹਰ ਮੁਖੀ ਹੁੰਦੇ ਹਨ। ਉਦੋਂ ਵੀ ਹੋਣਗੇ ਹੀ ਨਾ ਐਸੇ ਸਿੱਖ ਜਿਹੜੇ ਬਾਹਰੋਂ ਬਹੁਤ ਵਧੀਆ ਪਹਿਰਾਵਾ ਪਾਉਂਦੇ ਹੋਣਗੇ ਅਤੇ ਰਹਿਤ ਬਹਿਤ ਦੇ ਵਿੱਚ ਪੱਕੇ ਹੋਣਗੇ, ਪਰ ਅੰਦਰੋਂ ਪ੍ਰੇਮ ਨਹੀਂ ਹੋਵੇਗਾ। ਐਸੇ ਸਨ। ਉਸ ਸਮੇਂ ਦੀ ਇੱਕ ਘਟਨਾ ਹੈ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਰਾ ਪਰਿਵਾਰ ਵਿਛੜ ਗਿਆ, ਬੜੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਅਤੇ ਮਾਛੀਵਾੜੇ ਦੇ ਜੰਗਲ ਵਿੱਚ ਉਹਨਾਂ ਨੇ ਰਾਤ ਕੱਟੀ। ਅਤੇ ਅਗਲੇ ਦਿਨ ਉਹਨਾਂ ਨੂੰ ਖਿਆਲ ਆਇਆ ਵੀ ਇੱਥੇ ਦੇ ਦੋ ਮਸੰਦ ਹਨ, ਲਾਗਲੇ ਹੀ ਪਿੰਡ ਦੇ, ਜਿਹੜੇ ਰਸਤ ਪਾਣੀ ਇਕੱਠਾ ਕਰਕੇ ਦਸਵੰਧ ਲੈ ਕੇ ਜਾਂਦੇ ਸਨ ਉੱਥੇ ਅਨੰਦਪੁਰ ਸਾਹਿਬ, ਜਿਨ੍ਹਾਂ ਨੂੰ ਅਜੋਕੇ ਸਮੇਂ 'ਚ ਜਥੇਦਾਰ ਕਹਿ ਸਕਦੇ, ਉਦੋਂ ਮਸੰਦ ਕਹਿੰਦੇ ਸਨ। ਅਤੇ ਉਹਨਾਂ ਦੇ ਘਰ ਕਹਿੰਦੇ ਹਨ ਵੀ ਵਿਸ਼ਰਾਮ ਕਰਨ ਵਾਸਤੇ ਚਲੇ ਗਏ, ਅਤੇ ਉਹਨਾਂ ਨੇ ਆਪਣੇ ਘਰ ਰੱਖਿਆ ਹੀ ਨਹੀਂ ਗੁਰੂ ਸਾਹਿਬ ਜੀ ਨੂੰ। ਦੇਖੋ ਤੁਸੀਂ, ਆਪਣੇ ਸਿੱਖ ਸਨ, ਰਹਿਤ ਬਹਿਤ ਹੀ ਹੋਣਗੇ, ਕਿਉਂਕਿ ਧਾਰਮਿਕ ਆਗੂ ਸਨ।
ਪ੍ਰਚਾਰ ਵੀ ਕਰਦੇ ਹੋਣਗੇ, ਸਿੱਖਾਂ ਸੰਗਤਾਂ ਨੂੰ ਲੈ ਕੇ ਵੀ ਜਾਂਦੇ ਸਨ, ਰਸਤ ਬਸਤ ਵੀ ਲੈ ਕੇ ਜਾਂਦੇ ਸਨ, ਪਰ ਅੰਦਰੋਂ ਪ੍ਰੇਮ ਨਹੀਂ ਸੀ ਨਾ। ਫਿਰ ਅੰਦਰੋਂ ਪ੍ਰੇਮ ਬਿਲਕੁਲ ਵੀ ਨਹੀਂ ਹੋਵੇਗਾ, ਕਿਉਂਕਿ ਅਗਰ ਥੋੜ੍ਹਾ ਵੀ ਪ੍ਰੇਮ ਹੁੰਦਾ ਨਾ, ਐਸੇ ਹਾਲਾਤ ਦੇ ਵਿੱਚ ਕਹਿੰਦੇ ਹਨ ਵੀ ਦੁਸ਼ਮਣ ਵੀ ਸਾਥ ਦੇ ਦਿੰਦਾ ਹੈ, ਜੈਸੇ ਹਾਲਾਤ ਸਨ ਉਸ ਸਮੇਂ। ਪਰ ਸਿੱਖਾਂ ਨੇ ਵੀ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ, ਅਸੀਂ ਰੱਖ ਨਹੀਂ ਸਕਦੇ, ਆਪਣੇ ਘਰ ਠਹਿਰਾ ਨਹੀਂ ਸਕਦੇ। ਗੰਗੂ ਨਾਲੋਂ ਇਹ ਸਿੱਖ ਭਿੰਨ ਤੇ ਨਹੀਂ ਸਨ। ਗੰਗੂ ਨਾਲ ਪ੍ਰੇਮ ਨਹੀਂ ਸੀ ਗੰਗੂ ਨੂੰ, ਕਿ ਗੰਗੂ ਸਿਰਫ ਧਨ ਵਾਸਤੇ, ਪੈਸੇ ਵਾਸਤੇ ਉੱਥੇ ਕੰਮ ਕਰਦਾ ਸੀ, ਸੇਵਾ ਥੋੜ੍ਹੀ ਕਰ ਰਿਹਾ ਸੀ, ਇਸ ਕਰਕੇ ਪ੍ਰੇਮ ਨਹੀਂ। ਪਰ ਇਹ ਸਿੱਖਾਂ ਨੂੰ ਵੀ ਪ੍ਰੇਮ ਨਹੀਂ ਹੈ, ਗੁਰੂ ਨੂੰ ਧੋਖਾ ਦਿੱਤਾ। ਫਿਰ ਉੱਥੇ ਦੇ ਹੀ ਰਹਿਣ ਵਾਲੇ ਦੋ ਮੁਸਲਮਾਨ ਭਾਈ, ਗਨੀ ਖਾਂ ਅਤੇ ਨਬੀ ਖਾਂ, ਉਹਨਾਂ ਨੇ ਆਪਣੇ ਘਰ ਠਹਿਰਾਇਆ ਨਹੀਂ, ਬਹੁਤ ਸੇਵਾ ਕੀਤੀ, ਆਓ ਭਗਤ ਕੀਤੀ। ਫਿਰ ਉਸ ਇਲਾਕੇ ਤੋਂ ਬਾਹਰ ਛੱਡ ਕੇ ਵੀ ਆਏ, ਖਤਰੇ ਦੇ ਵਿੱਚ ਆਪ ਗਏ ਮੂਹਰੇ ਹੋ ਕੇ। ਹੁਣ ਤੁਸੀਂ ਸੋਚੋ, ਇਹ ਗਨੀ ਖਾਂ, ਨਬੀ ਖਾਂ ਤੇ ਕੋਈ ਰਹਿਤੀਏ ਨਹੀਂ ਹੋਣਗੇ, ਸਿੱਖਾਂ ਵਾਲੀ ਕੋਈ ਮਰਿਆਦਾ ਨਹੀਂ ਪਾਲ ਰਹੇ ਹੋਣਗੇ, ਪਰ ਇਹਨਾਂ ਨੂੰ ਅੰਦਰੋਂ ਪ੍ਰੇਮ ਸੀ ਨਾ। ਤੇ ਇਹਨਾਂ ਨੂੰ ਅੰਦਰੋਂ ਪ੍ਰੇਮ ਸੀ, ਬਹੁਤ ਪ੍ਰੇਮ ਸੀ। ਤੇ ਗੁਰੂ ਨੇ ਇਹਨਾਂ ਦੇ ਪ੍ਰੇਮ ਨੂੰ ਦੇਖਿਆ ਵੀ, ਗਲ ਵੱਕੜੀ ਚ ਲਿਆ ਤੇ ਸਿੱਖਾਂ ਨੂੰ ਕਿਹਾ ਇਹ ਮੇਰੇ ਪੁੱਤਰ ਹਨ, ਭਾਵ ਕਿ ਮੇਰੇ ਬਹੁਤ ਹੀ ਹਿਰਦੇ ਦੇ ਕਰੀਬ ਹਨ। ਲਿਖ ਕੇ ਵੀ ਦਿੱਤਾ ਸਿੱਖਾਂ ਨੂੰ ਵੀ ਇਹਨਾਂ ਦਾ ਖਿਆਲ ਰੱਖਿਓ। ਹੁਣ ਤੁਸੀਂ ਖਿਆਲ ਕਰੋ ਵੀ ਗਨੀ ਖਾਂ, ਨਬੀ ਖਾਂ ਸਿੱਖ ਸਨ, ਜਾਂ ਜਿਨ੍ਹਾਂ ਨੇ ਠਹਿਰਾਇਆ ਨਹੀਂ ਸੀ ਘਰ, ਉਹ ਮਸੰਦ ਸਿੱਖ ਸਨ। ਉਹ ਮਸੰਦ ਤੇ ਬਾਹਰੋਂ ਬਹੁਤ ਰਹਿਤੀਏ ਬਹਿਤੀਏ ਹੋਣਗੇ, ਪੂਰੇ ਮਰਿਆਦਾ ਦੇ ਵਿੱਚ ਪੱਕੇ ਹੋਣਗੇ, ਸਿੱਖ ਮਰਿਆਦਾ ਦੇ ਅਨੁਸਾਰ ਹੋਣ, ਪਰ ਅੰਦਰੋਂ ਪ੍ਰੇਮ ਨਹੀਂ ਹੈ ਨਾ। ਤੇ ਉਧਰ ਫਿਰ ਅੰਦਰ ਪ੍ਰੇਮ ਹੈ ਤੇ ਬਾਹਰ ਕੁਛ ਨਹੀਂ ਹੈ। ਤੇ ਗੁਰੂ ਤੇ ਅੰਦਰ ਦੇਖਦਾ ਹੈ ਨਾ, ਬਾਹਰ ਨਾ ਕੋਈ ਲੈਣਾ ਦੇਣਾ ਥੋੜ੍ਹੀ ਹੁੰਦਾ ਹੈ ਗੁਰੂ ਦਾ। ਇਹੋ ਹੀ ਤੇ ਬੇਸਮਝੀ ਹੈ ਲੋਕਾਂ ਦੇ ਵਿੱਚ, ਗੁਰੂ ਨੂੰ ਬਾਹਰੋਂ ਦੇਖਦੇ ਹਨ ਤੇ ਸੋਚਦੇ ਹਨ ਸ਼ਾਇਦ ਗੁਰੂ ਵੀ ਸਾਨੂੰ ਬਾਹਰੋਂ ਦੇਖਦਾ ਹੈ। ਨਹੀਂ, ਗੁਰੂ ਬਾਹਰੋਂ ਨਹੀਂ ਦੇਖਦਾ ਪਿਆਰਿਓ, ਗੁਰੂ ਤੁਹਾਨੂੰ ਅੰਦਰੋਂ ਦੇਖਦਾ ਹੈ ਤੇ ਅੰਦਰੋਂ ਹੀ ਬਦਲ ਨੂੰ ਕਹਿੰਦਾ ਹੈ। ਜਦੋਂ ਬਾਬੇ ਨਾਨਕ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ ਤਾਂ ਉਦੋਂ ਇਹੋ ਹੀ ਕਿਹਾ ਸੀ ਨਾ ਵੀ ਜਨੇਊ ਅੰਦਰ ਦਾ, ਜਤ ਕਪਾਹ ਸੰਤੋਖ ਸੂਤ, ਜਤ ਗੰਢੀ ਸਤਵਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ, ਇਹ ਅੰਦਰ ਦਾ ਜਨੇਊ, ਬਾਹਰ ਦੀ ਤਾਂ ਕੋਈ ਗੱਲ ਹੀ ਨਹੀਂ ਉਹਨਾਂ ਨੇ ਕੀਤੀ, ਕਿਤੇ ਵੀ ਨਹੀਂ ਕੀਤੀ ਹੈ ਬਾਹਰ ਦੀ ਗੱਲ। ਬਾਹਰਲੀ ਗੱਲ ਜਿਹੜੇ ਹੈ ਨਾ, ਬਾਹਰ ਮੁਖੀ ਲੋਕ ਕਰਦੇ ਹਨ, ਜਿਹੜੇ ਬਾਹਰੋਂ ਹੀ ਆਪਣੀ ਧਾਰਮਿਕ ਗਿਣਤੀ ਵਧਾਉਂਦੇ ਹਨ। ਦਰਅਸਲ ਕੀ ਹੁੰਦਾ ਹੈ ਵੀ ਬਾਹਰ ਜਿਹੜਾ ਜੀਣ ਵਾਲਾ ਹੈ ਨਾ, ਧਾਰਮਿਕ ਵਿਅਕਤੀ, ਉਹ ਸੋਚਦਾ ਹੈ ਬਾਹਰ ਉਹ ਇੱਦਾਂ ਦੇ ਹੋ ਜਾਣਗੇ ਨਾ ਪਹਿਰਾਵੇ ਵਾਲੇ, ਉਨੇ ਹੀ ਸਿੱਖ ਜ਼ਿਆਦਾ ਹੋ ਜਾਣਗੇ, ਸਾਡੀ ਮੈਜੋਰਟੀ ਜ਼ਿਆਦਾ ਹੋਊਗੀ, ਪਾਵਰ ਜ਼ਿਆਦਾ ਹੋਊਗੀ, ਲੋਕ ਪ੍ਰਭਾਵਿਤ ਵੀ ਜ਼ਿਆਦਾ ਹੋਣਗੇ। ਤੋ ਬਾਹਰੋਂ ਵੈਸਾ ਬਣਾਉਂਦਾ ਹੈ ਤੇ ਬਾਹਰ ਦਾ ਪ੍ਰਚਾਰ ਫਿਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਹਨੂੰ ਹੀ ਆਦਮੀ ਅਸਲੀ ਸਮਝ ਲੈਂਦਾ ਹੈ। ਹੁਣ ਲੱਖਾਂ ਹੀ ਲੋਕ ਪ੍ਰਚਾਰ ਕਰ ਰਹੇ ਹਨ ਇਹਨਾਂ ਪੰਕਤੀਆਂ ਦਾ, ਤੇ ਧੀਰੇ ਧੀਰੇ ਅਸਰ ਹੋ ਜਾਂਦਾ ਹੈ ਨਾ। ਇਹਦੇ 'ਤੇ ਵੀ ਹੋ ਗਿਆ ਹੈ, ਇਹਨੇ ਲਿਖਿਆ ਵੀ ਹੈ ਆ ਥੱਲੇ, ਲਿਖਿਆ ਹੈ ਆਪ ਜੀ ਦੇ ਬਚਨਾਂ ਤੋਂ ਇਹ ਸੇਧ ਮਿਲੀ ਹੈ ਜੀ ਕਿ ਅਜੇ ਤੱਕ ਦਾ ਸਫ਼ਰ ਕੇਵਲ ਬਾਹਰਲੇ ਧਰਮ ਦਾ ਹੀ ਸੀ,
ਅਤੇ ਇਸ ਕਰਕੇ ਮਨ ਨੇ ਹਉਮੈ ਦੀ ਬਹੁਤ ਮੈਲ ਸਹੇੜ ਲਈ ਹੈ। ਕਿਰਪਾ ਕਰਕੇ ਬਖਸ਼ੋ ਜੀ ਅਤੇ ਸਹੀ ਰਾਹ ਪਾਓ ਜੀ। ਲਿਖਿਆ ਤਾਂ ਹੈ ਵੀ ਹੁਣ ਤੱਕ ਦਾ ਸਫ਼ਰ ਬਾਹਰਲੇ ਧਰਮ ਦਾ ਹੀ ਸੀ, ਪਰ ਅਜੇ ਵੀ ਛੁਟਕਾਰਾ ਨਹੀਂ ਹੋਇਆ ਹੈ। ਮੈਂ ਅਕਸਰ ਕਹਿੰਦਾ ਹੁੰਦਾ ਵੀ ਬਾਹਰਲੇ ਧਰਮ ਤੋਂ ਛੁਟਕਾਰਾ ਹੋਣਾ ਬਹੁਤ ਕਠਿਨ ਹੈ, ਕਿਉਂਕਿ ਉੱਥੋਂ ਦਾ ਪ੍ਰਚਾਰ ਬਹੁਤ ਜ਼ਿਆਦਾ ਹੈ। ਜੇ ਸੰਸਾਰ ਨਾਲੋਂ ਛੁੱਟਣਾ ਕਠਿਨ ਹੈ, ਸੰਸਾਰ ਵਿੱਚ ਲਾਉਣ ਵਾਲੇ ਹੀ ਸਾਰੇ ਹਨ। ਮਾਤਾ ਪਿਤਾ ਤੋਂ ਲੈ ਕੇ ਅਧਿਆਪਕ ਅਤੇ ਰਾਜਨੇਤਾ ਜਿੰਨੇ ਵੀ ਹਨ, ਸਭ ਸੰਸਾਰ ਵੱਲ ਆ ਰਹੇ ਹਨ, ਕੁਛ ਧਰਮ ਵੱਲ ਆ ਰਹੇ ਹਨ, ਧਾਰਮਿਕ ਲੋਕ। ਅਤੇ ਧਾਰਮਿਕ ਵਿਚਾਰਧਾਰਾ ਜ਼ਿਆਦਾ ਗਹਿਰੇ ਜਾਂਦੀ ਹੈ, ਕਿਉਂਕਿ ਉੱਥੇ ਭਾਵਨਾ ਦੀ ਗੱਲ ਹੋ ਜਾਂਦੀ। ਅਤੇ ਆਦਮੀ ਸੋਚਦਾ ਵੀ ਇਹੋ ਹੀ ਜੋ ਕਹਿ ਰਹੇ ਹਨ ਠੀਕ ਹੈ। ਅਤੇ ਇਹ ਜੋ ਪੁਰਾਣੀ ਲਿਖਤ ਹੈ, ਇਹਦਾ ਸਹਾਰਾ ਲੈ ਕੇ ਗੱਲ ਕਹਿ ਦੇਣੀ ਹੋਰ ਸਿਖਾਲੀ ਹੈ, ਅਤੇ ਲੋਕ ਸਮਝ ਲੈਂਦੇ ਹਨ ਸ਼ਾਇਦ ਗੁਰੂਆਂ ਨੇ ਕਹੀ ਹੋਵੇਗੀ। ਨਹੀਂ, ਗੁਰੂ ਐਸੀ ਗੱਲ ਨਹੀਂ ਕਹਿੰਦਾ ਹੈ। ਇਹ ਮੈਂ ਗਵਾਹ ਹਾਂ। ਜਿਹੜਾ ਜਾਣਦਾ ਹੈ ਨਾ, ਉਹ ਕਹਿੰਦਾ ਹੀ ਨਹੀਂ ਹੈ ਵੀ ਬਾਹਰੋਂ ਤੁਸੀਂ ਇਹੋ ਜਿਹੇ ਹੋਵੋਗੇ ਤਾਂ ਮੇਰੇ ਪਿਆਰੇ ਹੋਵੋਗੇ। ਨਹੀਂ, ਹੁਣ ਉਸ ਸਮੇਂ ਵੀ ਜਿਹੜੇ ਸਿੱਖ ਸਨ, ਬਾਹਰੋਂ ਪਹਿਰਾਵਾ ਤਾਂ ਸਾਰਿਆਂ ਨੇ ਪਾਇਆ ਹੋਵੇਗਾ, ਰਹਿਤ ਮਰਿਆਦਾ ਵੀ ਸਭ ਰੱਖਦੇ ਹੋਣ, ਪਰ ਸਾਰੇ ਇੱਕੋ ਜਿਹੇ ਥੋੜ੍ਹੀ ਸਨ। ਕੋਈ ਨੇੜੇ ਸੀ, ਕੋਈ ਦੂਰ ਸੀ, ਕਈ ਈਰਖਾਲੂ ਵੀ ਸਨ। ਅਤੇ ਗੱਲ ਤਾਂ ਅੰਦਰ ਦੀ ਹੈ। ਉਸ ਸਮੇਂ ਪਹਿਰਾਵਾ ਹੀ ਐਸਾ ਪਾਉਂਦੇ ਸਨ, ਅਤੇ ਪਹਿਰਾਵੇ ਦੇ ਕਰਕੇ ਸਿੱਖ ਥੋੜ੍ਹੀ ਹੋ ਜਾਂਦਾ, ਜਾਂ ਨਾ ਰਹਿਤ ਮਰਿਆਦਾ ਦੇ ਕਰਕੇ। ਹੁਣ ਰਹਿਤ ਮਰਿਆਦਾ ਪੂਰੀ ਰੱਖੀ ਹੋਵੇ, ਅੰਦਰੋਂ ਗੁਰੂ ਨਾਲ ਪ੍ਰੇਮ ਨਹੀਂ, ਜਿਵੇਂ ਉਹਨਾਂ ਮਸੰਦਾਂ ਨੂੰ ਨਹੀਂ ਸੀ ਅਤੇ ਬਹੁਤਿਆਂ ਨੂੰ ਨਹੀਂ ਸੀ, ਅਤੇ ਅੰਦਰ ਫਿਰ ਗੁਰੂ ਦੇ ਨਾਲ ਕਿਵੇਂ ਹੋਏ? ਅਤੇ ਗੁਰੂ ਦੇ ਨਾਲ ਨਹੀਂ ਅਤੇ ਗੁਰੂ ਦੇ ਸਿੱਖ ਕਿਵੇਂ ਹੋ ਗਏ? ਪ੍ਰੇਮ ਦੁਬਾਰਾ ਹੀ ਜੁੜਿਆ ਜਾ ਸਕਦਾ ਹੈ ਨਾ। ਪ੍ਰੇਮ ਹੀ ਸੇਤੂ ਹੈ ਗੁਰੂ ਦੇ ਨਾਲ ਜੁੜਨ ਦਾ। ਸੰਸਾਰ ਦੇ ਨਾਲ ਬਾਹਰੋਂ ਜੁੜਿਆ ਜਾ ਸਕਦਾ ਹੈ, ਕਿਉਂਕਿ ਸੰਸਾਰ ਬਾਹਰ ਦੇਖਦਾ ਹੈ, ਅਤੇ ਸੰਸਾਰੀ ਲੋਕ ਬਾਹਰੋਂ ਹੀ ਆਸ਼ਵਾਸਨ ਦਿੰਦੇ ਰਹਿੰਦੇ ਹਨ ਵੀ ਮੈਂ ਬਹੁਤ ਪ੍ਰੇਮ ਕਰਦਾ ਹਾਂ, ਅਤੇ ਕੁਛ ਨਾ ਕੁਛ ਭੇਟ ਦਿੰਦੇ ਰਹਿੰਦੇ ਹਨ। ਤਾਂ ਉਹਦੇ ਦੁਆਰਾ ਜਿਹੜਾ ਬਾਹਰ ਹੈ ਉਹ ਦੇਖਦਾ ਰਹਿੰਦਾ ਹੈ ਵੀ ਸ਼ਾਇਦ ਪ੍ਰੇਮ ਹੋਵੇਗਾ ਹੀ, ਤਾਂ ਹੀ ਮੇਰੇ ਵਾਸਤੇ ਗਿਫਟ ਆ ਰਹੇ ਹਨ। ਪਰ ਗੁਰੂ ਬਾਹਰ ਨਹੀਂ ਦੇਖਦਾ ਹੈ, ਉਹ ਬਾਹਰੋਂ ਕੈਸਾ ਵੀ ਹੋਵੇ, ਉਹ ਦੇਖਦਾ ਦਿਲੋਂ ਮੁਹੱਬਤ ਜਿਨ ਸੇਈ ਸੱਚਿਆਂ, ਜਿਨ ਮਨ ਹੋਰ ਤੇ ਮੁਖ ਹੋਰ ਸੇ ਕਾਂਡੇ ਕੱਚੇ। ਮਨ ਹੋਰ ਹੈ ਸੰਸਾਰ ਵੱਲ, ਮੁਖ ਹੋਰ ਕਿਤੇ ਹੈ ਸੰਸਾਰ ਵੱਲ, ਅਤੇ ਫਿਰ ਪ੍ਰੀਤ ਨਾ ਹੋਈ। ਗੁਰੂ ਵੱਲ ਮੁਖ ਹੋਇਆ ਤਾਂ ਹੀ ਗੁਰਮੁਖ ਹੋਇਆ ਨਾ, ਅਤੇ ਬਾਹਰੋਂ ਮੁਖ ਥੋੜ੍ਹੀ ਗੁਰੂ ਵੱਲ ਕਰਨਾ, ਅਤੇ ਬਾਹਰਲਾ ਮੁਖ ਗੁਰੂ ਵਰਗਾ ਕਰ ਲਓ ਅਤੇ ਗੁਰੂ ਵਾਲੇ ਹੋ। ਨਹੀਂ, ਗੁਰੂ ਵਰਗਾ ਬਾਹਰਲਾ ਮੁਖ ਨਹੀਂ ਕਰਨਾ ਹੈ, ਅੰਦਰੋਂ ਗੁਰੂ ਵੱਲ ਝੁਕਣਾ ਹੈ, ਕਿਉਂਕਿ ਗੁਰੂ ਅੰਦਰ ਦੇਖਦਾ ਹੈ। ਹੁਣ ਤੁਸੀਂ ਇਹ ਖਿਆਲ ਕਰੋ, ਜਿਹਦੇ ਅੰਦਰ ਹਾਂ ਹੁੰਦੀ ਹੈ, ਉਹਨੂੰ ਅਗਰ ਪੁੱਛੋ ਤੁਸੀਂ ਤੂੰ ਕਿਹੜੇ ਧਰਮ ਦਾ ਹੈ, ਸੰਪਰਦਾਇ ਦਾ, ਤੂੰ ਦੱਸ ਦਿੰਦਾ ਹੈ, ਕਿਉਂਕਿ ਜੇ ਹਾਂ ਕਿਤੇ ਨਾ ਕਿਤੇ ਜੁੜੀ ਹੋਈ ਹੈ, ਸਿੱਖਾਂ ਨਾਲ ਜੁੜੀ ਹੋਈ ਹੈ, ਮੈਂ ਕਹਿ ਲਓ ਤੁਹਾਡੀ, ਜਾਂ ਹਿੰਦੂਆਂ ਨਾਲ ਜੁੜੀ, ਜਿੱਥੇ ਵੀ ਜੁੜੀ ਉਹ ਤਾਂ ਕਹਿ ਦੇਵੇਗਾ। ਹੁਣ ਜਿਹਦੀ ਮੈਂ ਹੈ ਹੀ ਨਹੀਂ, ਉਹ ਦੱਸੇ ਤੇ ਦੱਸੇ ਵੀ ਕੀ? ਹੁਣ ਮੈਨੂੰ ਵੀ ਕਈ ਵਾਰਾਂ ਧਾਰਮਿਕ ਲੋਕ ਪੁੱਛ ਲੈਂਦੇ ਹਨ ਵੀ ਤੁਹਾਡਾ ਕਿਹੜਾ ਧਰਮ ਹੈ, ਕਿਹੜੀ ਸੰਪਰਦਾਇ ਹੈ। ਹੁਣ ਮੈਂ ਕਿਹੜਾ ਧਰਮ ਦੱਸਾਂ, ਕਿਉਂਕਿ ਮੈਂ ਜਦੋਂ ਵੀ ਅੰਦਰ ਦੇਖਿਆ ਹੈ ਉੱਥੇ ਮੈਂ ਨਹੀਂ ਲੱਭੀ ਹੈ, ਜਦੋਂ ਮੈਂ ਹੈ ਹੀ ਨਹੀਂ, ਪਰਮਾਤਮਾ ਹੀ ਹੈ। ਅਤੇ ਪਰਮਾਤਮਾ ਦਾ ਕਿਹੜਾ ਧਰਮ ਅਤੇ ਕਿਹੜੀ ਜਾਤੀ, ਕਿਹੜੀ ਸੰਪਰਦਾ, ਕਿਆ ਜਾਣਾ ਮੈਂ ਕੌਣ? ਅੰਦਰ ਤਾਂ ਹੈ ਹੀ ਨਹੀਂ, ਲੱਭਦਾ ਹੀ ਨਹੀਂ। ਤੁਸੀਂ ਬਾਹਰੋਂ ਦੇਖ ਕੇ ਕਹਿ ਦਿੰਦੇ ਹੋ।
ਗੁਰੂ ਜਾਂ ਸੰਤ ਜਾਂ ਬਾਬਾ ਹਰਪਾਲ ਸਿੰਘ। ਹੁਣ ਮੈਂ ਅੰਦਰ ਖੋਜਦਾ ਹਾਂ ਤੇ ਕਿਤੇ ਦਿਖਦਾ ਹੀ ਨਹੀਂ, ਤੇ ਕਹਾਂ ਕਿਵੇਂ, ਕੌਣ ਹਾਂ, ਕਿਹੜਾ ਧਰਮ। ਫਿਰ ਜਿੰਨੀ ਜ਼ਿਆਦਾ ਵੱਡੀ ਮੈਂ ਹੋਵੇਗੀ ਨਾ, ਮਜ਼ਬੂਤ ਮੈਂ ਹੋਵੇਗੀ, ਹੋਵੇਗੀ, ਓਨਾ ਹੀ ਕੱਟੜ ਧਾਰਮਿਕ ਹੋਵੇਗਾ ਬੰਦਾ, ਅਤੇ ਓਨਾ ਹੀ ਉਹ ਦਿਖਾਵਾ ਕਰੇਗਾ, ਕਿਉਂਕਿ ਦਿਖਾਵੇ ਨਾਲ ਵੱਧਦੀ ਹੈ। ਜਿੰਨੀ ਪ੍ਰਸ਼ੰਸਾ ਲੋਕ ਕਰਨਗੇ ਬਹੁਤ ਵਧੀਆ। ਰਹਿਣੀ ਬਹਿਣੀ ਦੇ ਵਿੱਚ ਗੁਰਮੁਖ ਪਿਆਰੇ ਪੱਕੇ ਹਨ, ਬੜੇ ਗੁਰੂ ਦੇ ਸਿੱਖ ਹਨ, ਚੜ੍ਹਦੀ ਕਲਾ 'ਚ ਰਹਿੰਦੇ ਹਨ, ਓਨੀ ਹੀ ਵੱਧਦੀ ਹੈ, ਅਤੇ ਆਦਮੀ ਬਾਹਰੋਂ ਰਹਿਣੀ ਬਹਿਣੀ ਹੋਰ ਮਜ਼ਬੂਤ ਕਰ ਲੈਂਦਾ, ਅਤੇ ਅੰਦਰੋਂ ਬੜੇ ਬੇਚੈਨ ਹੁੰਦੇ ਹਨ ਐਸੇ ਜਿਹੜੇ ਬਾਹਰੋਂ ਰਹਿਣੀ ਬਹਿਣੀ ਰੱਖਦੇ ਨੇ, ਕਿਉਂਕਿ ਬਾਹਰੋਂ ਜ਼ਬਰਦਸਤੀ ਰੱਖੀ ਜਾ ਰਹੀ ਹੈ, ਸਹਿਜ ਨਹੀਂ ਹੈ ਨਾ। ਜਿਹੜਾ ਅੰਦਰੋਂ ਜੁੜ ਜਾਂਦਾ ਉਹ ਬਾਹਰੋਂ ਸਹਿਜ ਹੁੰਦੀ ਉਹਦੀ ਰਹਿਣੀ ਬਹਿਣੀ। ਇਸ ਕਰਕੇ ਉਹ ਸਿਆਣ 'ਚ ਨਹੀਂ ਆਉਂਦਾ, ਕਿਉਂਕਿ ਇੱਕ ਧਰਮ ਦੀ ਰਹਿਣ ਬਹਿਣੀ ਨਹੀਂ ਨਾ ਹੁੰਦੀ, ਉਹਦੀ ਧਾਰਮਿਕ ਰਹਿਣੀ ਬਹਿਣੀ ਹੋ ਜਾਂਦੀ, ਉਹ ਸਹਿਜ ਹੋ ਜਾਂਦਾ ਹੈ, ਉਹ ਨਿਰਦੋਸ਼ ਹੋ ਜਾਂਦਾ, ਨਿਰਵੈਰ ਹੋ ਜਾਂਦਾ, ਉਹਦੇ ਸਾਰੇ ਗੁਣ ਧਾਰਮਿਕ ਆ ਜਾਂਦੇ ਹਨ, ਪਰ ਅੰਦਰੋਂ ਹੋਏ ਤਾਂ। ਹੁਣ ਜਿਹੜਾ ਬਾਹਰੋਂ ਰੱਖ ਰਿਹਾ ਹੈ ਤੋ ਜ਼ਬਰਦਸਤੀ ਮਨ ਨੂੰ ਰੋਕ ਰਿਹਾ ਹੈ, ਤਾਂ ਸਦਾ ਰੁਕਿਆ ਨਹੀਂ ਰਹਿੰਦਾ ਹੈ। ਅਕਸਰ ਜਿਹੜੇ ਬਾਹਰੋਂ ਜ਼ਬਰਦਸਤੀ ਰੋਕਦੇ ਹਨ ਜ਼ਿਆਦਾ ਭਟਕਦੇ ਹਨ, ਪਰ ਦਿਖਾਉਂਦੇ ਨਹੀਂ, ਚੋਰੀ ਛੱਪੀ ਅੰਦਰੋਂ ਜੋ ਮਨ ਚਾਹੁੰਦਾ ਹੈ ਕਰਦੇ ਰਹਿੰਦੇ ਹਨ, ਵੀ ਬਾਹਰ ਪ੍ਰਸ਼ੰਸਾ ਵੀ ਲੈਣੀ ਹੈ ਨਾ। ਅਤੇ ਗੁਰੂ ਬਾਹਰੋਂ ਰਹਿਤ ਦੇ ਨਾਲ ਪ੍ਰੇਮ ਨਹੀਂ ਕਰਦਾ ਹੈ। ਇਹ ਪੰਕਤੀ ਬਿਲਕੁਲ ਉਲਟੀ ਹੈ। ਅਗਰ ਮੈਨੂੰ ਪੁੱਛੋ ਤਾਂ ਮੈਂ ਕਹੂੰਗਾ, ਸਿੱਖ ਪਿਆਰਾ ਮੁਝ ਕੋ ਰਹਿਤ ਪਿਆਰੀ ਨਾਹੀਂ। ਫਿਰ ਜਿਹੜਾ ਅੰਦਰੋਂ ਪ੍ਰੇਮ ਕਰਨ ਲੱਗ ਜਾਂਦਾ ਹੈ ਨਾ ਗੁਰੂ ਨਾਲ, ਉਹ ਗੁਰੂ ਵਰਗਾ ਹੋਣ ਲੱਗ ਜਾਂਦਾ ਹੈ। ਜੈਸਾ ਸੇਵੇ ਤੈਸੋ ਹੋਏ।